हेलो। लेसन नंबर 4 जर्नी बाय नाइट, रात का सफ़र। शेर सिंह's little brother Kumbar lay in the hut with a pain in his stomach that was getting worse। ਸ਼ੇਰ ਸਿੰਘ ਦਾ ਛੋਟਾ ਭਰਾ ਕੰਬਰ ਝੋਪੜੀ ਵਿੱਚ ਆਪਣੇ ਢਿੱਡ ਵਿੱਚ ਦਰਦ ਦੇ ਕਾਰਨ ਪਿਆ ਹੋਇਆ ਸੀ, ਜਿਹੜਾ ਕਿ ਵੱਧਦਾ ਜਾ ਰਿਹਾ ਸੀ। ਸ਼ੇਰ ਸਿੰਘ himself was only 12 years small and cheerful, a child of jungle, and his brother was several years younger। ਸ਼ੇਰ ਸਿੰਘ ਜੋ ਆਪ ਵੀ ਸਿਰਫ 12 ਸਾਲਾਂ ਦਾ ਸੀ, ਨਿੱਕੇ ਜਿਹੇ ਸਰੀਰ ਵਾਲਾ, ਖੁਸ਼ਨੁਮਾ ਜਾਂ ਪ੍ਰਸੰਨਚਿੱਤ ਇੱਕ ਜੰਗਲ ਵਿੱਚ ਰਹਿਣ ਵਾਲਾ ਬੱਚਾ ਸੀ, ਅਤੇ ਉਸ ਦਾ ਭਰਾ ਉਸ ਤੋਂ ਕਈ ਸਾਲ ਛੋਟਾ ਸੀ। There had been other children, of course। ਉੱਥੇ ਨਿਸੰਦੇਹ ਹੋਰ ਬੱਚੇ ਵੀ ਹੋਏ ਸਨ। But they were dead, ਪਰ ਉਹ ਮਰ ਚੁੱਕੇ ਸਨ। Carried off by cholera and ਇਨਫਲੂਐਂਜਾ, ਹੈਜ਼ੇ ਅਤੇ ਫਲੂ ਨੇ ਉਹਨਾਂ ਦੀਆਂ ਜਾਨਾਂ ਲੈ ਲਈਆਂ ਸਨ। ਆਈ ਵਿਲ ਰਿੰਗ, ਰਿੰਗ ਮੈਨੇ ਨਿਚੋੜਨਾ ਬਈ, ਰਿੰਗ ਆਊਟ, ਰੈਗਸ ਮਤਲਬ ਚਿਥੜੇ ਜਾਂ ਲੀਰਾਂ, ਇਨ ਬੋਇਲਿੰਗ ਵਾਟਰ ਐਂਡ ਲੇ ਦੈਮ ਔਨ ਹਿਜ਼ ਸਟਮਕ, ਸੈਡ ਮਦਰ। ਮੈਂ ਉਬਲਦੇ ਹੋਏ ਪਾਣੀ ਵਿੱਚ ਚਿਥੜਿਆਂ ਨੂੰ ਨਿਚੋੜ ਕੇ ਕੱਢਾਂਗੀ ਅਤੇ ਉਸ ਦੇ ਢਿੱਡ ਉੱਪਰ ਰੱਖਾਂਗੀ, ਮਾਂ ਨੇ ਕਿਹਾ। she did not weep, ਉਹ ਰੋਈ ਨਹੀਂ। she had lived through everything, ਉਹ ਹਰ ਚੀਜ਼ ਭੋਗ ਚੁੱਕੀ ਸੀ। The steaming cloths did nothing, ਭਾਫ ਨਿਕਲਦੇ ਹੋਏ ਕੱਪੜਿਆਂ ਦਾ ਕੋਈ ਅਸਰ ਨਾ ਹੋਇਆ। After a while, ਸ਼ੇਰ ਸਿੰਘ's mother said, ਕੁਝ ਸਮੇਂ ਬਾਅਦ ਸ਼ੇਰ ਸਿੰਘ ਦੀ ਮਾਂ ਨੇ ਕਿਹਾ, he must be carried to the hospital at ਕਾਲਾ ਘਾਟ, ਉਸ ਨੂੰ ਕਾਲਾ ਘਾਟ ਦੇ ਹਸਪਤਾਲ ਲੈ ਜਾਣਾ ਪਵੇਗਾ। Then ਸ਼ੇਰ ਸਿੰਘ knew that his brother was dying, ਤਦ ਸ਼ੇਰ ਸਿੰਘ ਸਮਝ ਗਿਆ ਕਿ ਉਸ ਦਾ ਭਰਾ ਮਰ ਰਿਹਾ ਸੀ। For all jungle people know that the hospital is the last resort of the doomed, ਕਿਉਂਕਿ ਜੰਗਲ ਵਿੱਚ ਰਹਿਣ ਵਾਲੇ ਸਾਰੇ ਲੋਕ ਜਾਣਦੇ ਸਨ ਕਿ ਬੁਰੀ ਕਿਸਮਤ ਦੇ ਮਾਰੇ ਲੋਕਾਂ ਦਾ ਆਖਰੀ ਸਹਾਰਾ, ਰਿਸੋਰਟ ਸਹਾਰਾ ਹੁੰਦਾ, ਸਹਾਰਾ ਹਸਪਤਾਲ ਹੁੰਦਾ ਹੈ। I will run for my father, he cried, ਮੈਂ ਦੌੜ ਕੇ ਪਿਤਾ ਜੀ ਨੂੰ ਬੁਲਾ ਲਿਆਉਂਦਾ ਹਾਂ, ਉਸਨੇ ਉੱਚੀ ਆਵਾਜ਼ ਵਿੱਚ ਕਿਹਾ। It may be days before you find him, ਇਸ ਤੋਂ ਪਹਿਲਾਂ ਕਿ ਤੂੰ ਉਹਨਾਂ ਨੂੰ ਲੱਭ ਸਕੇ,
ਕਈ ਦਿਨ ਲੱਗ ਸਕਦੇ ਹਨ। ਸ਼ੇਰ ਸਿੰਘ's father was known far and wide as Sher Singh Bahadur the Brave, a famous hunter with the title Bahadur added to his name like a medal because of all he had done। ਸ਼ੇਰ ਸਿੰਘ ਦਾ ਪਿਤਾ ਦੂਰ ਦੂਰ ਤੱਕ, ਫਾਰ ਐਂਡ ਵਾਈਡ ਦਾ ਮਤਲਬ ਦੂਰ ਦੂਰ ਤੱਕ, ਸ਼ੇਰ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਸੀ। ਬਹਾਦਰ ਦਾ ਮਤਲਬ ਵੀਰ, ਇੱਕ ਫੇਮਸ ਹੰਟਰ, ਮਸ਼ਹੂਰ ਸ਼ਿਕਾਰੀ, ਜਿਸ ਦੇ ਨਾਂ ਦੇ ਨਾਲ ਬਹਾਦਰ ਦਾ ਖਿਤਾਬ ਇੱਕ ਤਮਗੇ ਦੀ ਤਰ੍ਹਾਂ ਜੁੜ ਗਿਆ ਸੀ। ਐਡਡ ਟੂ ਹਿਜ਼ ਨੇਮ ਲਾਈਕ ਏ ਮੈਡਲ, ਤਮਗੇ ਦੀ ਤਰ੍ਹਾਂ ਜੁੜ ਗਿਆ ਸੀ ਉਹਨਾਂ ਸਭ ਕੰਮਾਂ ਦੀ ਵਜ੍ਹਾ ਨਾਲ ਜਿਹੜੇ ਉਹ ਕਰ ਚੁੱਕਿਆ ਸੀ। ਹੀ ਲਿਵਡ his life here in Laldwani village, grazing his animals, cultivating his bit of land। ਉਸਨੇ ਆਪਣਾ ਜੀਵਨ ਲਾਲਡਵਾਨੀ ਪਿੰਡ ਵਿੱਚ ਬਤੀਤ ਕੀਤਾ ਸੀ, ਆਪਣੇ ਜਾਨਵਰਾਂ ਨੂੰ ਚਰਾਉਂਦੇ ਹੋਏ। ਗ੍ਰੇਜ਼ਿੰਗ ਹਿਜ਼ ਐਨੀਮਲਸ, ਚਰਾਉਂਦੇ ਹੋਏ, ਅਤੇ ਆਪਣੀ ਥੋੜ੍ਹੀ ਜਿਹੀ ਜ਼ਮੀਨ 'ਤੇ ਖੇਤੀ ਕਰਦੇ ਹੋਏ। ਵਟ whenever an expedition entered the jungle in search of big game, ਪਰ ਜਦ ਕਦੇ ਕੋਈ ਦਲ ਜੰਗਲ ਵਿੱਚ ਕਿਸੇ ਵੱਡੇ ਸ਼ਿਕਾਰ ਦੀ ਭਾਲ ਵਿੱਚ ਪ੍ਰਵੇਸ਼ ਕਰਦਾ, they sent for Bahadur the Brave। ਉਹ ਬਹਾਦਰ ਅਰਥਾਤ ਉਸ ਵੀਰ ਨੂੰ ਬੁਲਾਵਾ ਭੇਜਦੇ। all along his skull, skull मतलब खोपड़ी, and back and shoulder went a scar where claws had opened his flesh to the bone when he was pulling a comrade away from a tiger। ਉਸ ਦੀ ਪੂਰੀ ਖੋਪੜੀ, ਸਕਲ ਅਤੇ ਪਿੱਠ, ਬੈਕ ਅਤੇ ਮੋਢੇ, ਸ਼ੋਲਡਰ ਉੱਤੇ ਜ਼ਖਮ ਦਾ ਇੱਕ ਨਿਸ਼ਾਨ ਬਣਿਆ ਹੋਇਆ ਸੀ, ਜਿੱਥੇ ਕਲਾਜ਼ ਮਤਲਬ ਪੰਜੇ, ਪੰਜਿਆਂ ਨੇ ਉਸ ਦੀ ਚਮੜੀ, ਹੱਡੀਆਂ ਤੱਕ ਪਾੜ ਦਿੱਤਾ ਸੀ। ਜਦੋਂ ਉਹ ਇੱਕ ਕਾਮਰੇਡ ਸਾਥੀ ਨੂੰ ਚੀਤੇ ਤੋਂ ਬਚਾ ਕੇ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। Now he was away in the jungle with an expedition, expedition ਦਾ ਮੁਹਿੰਮ। ਹੁਣ ਉਹ ਇੱਕ ਟੋਲੀ ਦੇ ਨਾਲ ਜੰਗਲ ਵਿੱਚ ਗਿਆ ਹੋਇਆ ਸੀ। all men of Laldwani village who were away as beaters, ਲਾਲਦਵਾਨੀ ਪਿੰਡ ਦੇ ਸਾਰੇ ਆਦਮੀ ਵੀ ਢੋਲ ਪਿੱਟਣ ਵਾਲਿਆਂ ਦੇ ਰੂਪ ਵਿੱਚ ਗਏ ਹੋਏ ਸਨ। in this mud,
and grass hut upon the floor of trodden earth. Kumar lay crying sometimes, what mostly glazed and silent. ਗਿੱਲੀ ਮਿੱਟੀ ਅਤੇ ਘਾਹ ਦੀ ਬਣੀ ਇਸ ਝੋਪੜੀ ਵਿੱਚ, ਠੀਕ ਹੈ ਬਈ, ਮੱਡ ਐਂਡ ਗਰਾਸ, ਮੱਡ ਮਿੱਟੀ, ਚਿੱਕੜ ਕਹਿੰਦੇ ਜਿਹਨੂੰ, ਠੀਕ ਹੈ, ਝੋਪੜੀ ਵਿੱਚ ਪੈਰਾਂ ਨਾਲ ਕੁਚਲੀ ਜਾਂ ਲਤਾੜੀ ਮਿੱਟੀ ਦੇ ਫਰਸ਼ ਦੇ ਉੱਪਰ ਕੁੰਵਰ ਲੇਟਿਆ, ਠੀਕ ਹੈ, ਕਦੇ ਕਦੇ ਚੀਕਾਂ ਮਾਰਨ ਲੱਗਦਾ, ਠੀਕ ਹੈ, ਕਰਾਈਂਗ ਸਮਟਾਈਮਸ, ਕਦੇ ਕਦੇ ਚੀਕਾਂ ਮਾਰਨ ਲੱਗਦਾ, ਪਰ ਜ਼ਿਆਦਾਤਰ ਸਮਾਂ ਸਫੇਦ ਪਿਆ ਰਹਿੰਦਾ ਅਤੇ ਸ਼ਾਂਤ, ਠੀਕ ਹੈ, ਗਲੇਜ਼ਡ ਐਂਡ ਸਾਈਲੈਂਟ, ਮਤਲਬ ਚੁੱਪ ਪਿਆ ਰਹਿੰਦਾ, ਸ਼ਾਂਤ ਪਿਆ ਰਹਿੰਦਾ। ਸ਼ੇਰ ਸਿੰਘ saw death in his young brother's eyes। ਸ਼ੇਰ ਸਿੰਘ ਨੂੰ ਆਪਣੇ ਛੋਟੇ ਭਰਾ ਦੀਆਂ ਅੱਖਾਂ ਵਿੱਚ ਮੌਤ ਦਿਖਾਈ ਦੇ ਗਈ। There are no man in the village, he said। ਪਿੰਡ ਵਿੱਚ ਕੋਈ ਆਦਮੀ ਨਹੀਂ ਹੈ, ਉਸਨੇ ਕਿਹਾ। I will take him, I will take him, ਮੈਂ ਉਸਨੂੰ ਲੈ ਜਾਵਾਂਗਾ। ਕੀ ਹੈ? His mother must stay behind to mind the cattle and work on the land, without which they would all starve, and he and she both understood this without saying so। ਉਸਦੀ ਮਾਂ ਨੂੰ ਜਾਨਵਰਾਂ ਦੀ ਦੇਖਭਾਲ ਕਰਨ ਲਈ ਪਿੱਛੇ ਰਹਿਣਾ ਪੈਣਾ ਸੀ ਅਤੇ ਜ਼ਮੀਨ ਦਾ ਕੰਮ ਕਰਨਾ ਸੀਗਾ, ਅਤੇ ਜ਼ਮੀਨ ਦਾ ਕੰਮ ਕਰਨਾ ਸੀ। ਆ ਦੇਖੋ, ਵਰਕ ਔਨ ਦਾ ਲੈਂਡ, ਵਰਕ ਔਨ ਦਾ ਲੈਂਡ ਮਤਲਬ ਜ਼ਮੀਨ ਦਾ ਕੰਮ ਕਰਨਾ ਸੀ। ਨਹੀਂ ਤਾਂ ਜਿਸ ਦੇ ਬਿਨਾਂ ਉਹ ਭੁੱਖੇ ਮਰ ਜਾਣਗੇ, ਠੀਕ ਹੈ, ਆਲ ਹੈਵ ਟੂ ਸਟਾਰਵ, ਸਾਰਿਆਂ ਨੂੰ ਭੁੱਖੇ ਰਹਿ ਜਾਣਗੇ ਜਾਂ ਭੁੱਖੇ ਮਰ ਜਾਣਗੇ। ਅਤੇ ਉਹ ਅਤੇ ਉਸਦੀ ਮਾਂ ਦੋਵੇਂ ਇਸ ਗੱਲ ਨੂੰ ਬਿਨਾਂ ਕਹੇ ਸਮਝ ਗਏ। She took one of her two saris। ਉਸਨੇ ਆਪਣੀਆਂ ਦੋ ਸਾੜੀਆਂ ਵਿੱਚੋਂ ਇੱਕ ਸਾੜੀ ਲਈ। ਐਂਡ ਮੇਕਿੰਗ ਅ ਸਲਿੰਗ ਫਾਰ ਸ਼ੇਰ ਸਿੰਘ, ਅਤੇ ਸ਼ੇਰ ਸਿੰਘ ਵਾਸਤੇ ਇੱਕ ਗਲਪੱਟੀ ਬਣਾ ਦਿੱਤੀ, ਬੰਗਣੀ ਜੀ ਬਣਾਤੀ, ਬੰਗਣੀ। ਲਿਫਟਿੰਗ ਅਪ ਕੁੰਵਰ ਨੂੰ ਚੁੱਕਿਆ। ਐਂਡ ਪੁੱਟ ਹਿਮ ਇਨਟੂ ਇਟ, ਅਤੇ ਕੁੰਵਰ ਨੂੰ ਉਹਦੇ ਵਿੱਚ ਪਾਤਾ। ਸ਼ੇਰ ਸਿੰਘ could feel immediately the heat of the boy's body burning through the cotton cloth on his back। ਸ਼ੇਰ ਸਿੰਘ ਉਸੇ ਵੇਲੇ ਲੜਕੇ ਦੇ ਸਰੀਰ ਦੀ ਜਿਹੜੀ ਗਰਮੀ ਹੈ ਉਹਨੂੰ ਮਹਿਸੂਸ ਕਰ ਸਕਦਾ ਸੀ, ਜਿਹੜੀ ਕਿ ਸੂਤੀ ਕੱਪੜੇ ਵਿੱਚੋਂ ਦੀ ਉਸਦੀ ਗਰਦਨ ਦੇ ਉੱਪਰ
ਤਪਦਾ ਹੋਇਆ ਲੱਗ ਰਿਹਾ ਸੀਗਾ, ਯਾਨੀ ਹੀਟ ਸੀਗੀ ਬਹੁਤ ਜ਼ਿਆਦਾ। ਹੀ ਫੈਲਟ ਦਾ ਵੇਟ, ਉਹਨੂੰ ਬੋਝ ਵੀ ਮਹਿਸੂਸ ਹੋਣ ਲੱਗਿਆ। ਐਂਡ ਵੰਡਰਡ ਹਾਊ ਹੀ ਵਾਜ਼ ਗੋਇੰਗ ਟੂ ਮੈਨੇਜ, ਅਤੇ ਹੈਰਾਨੀ ਵਿੱਚ ਸੋਚਣ ਲੱਗਿਆ ਕਿ ਉਹ ਇਸ ਨੂੰ ਕਿਵੇਂ ਸੰਭਾਲ ਸਕੇਗਾ। ਹੀ ਇਜ਼ ਟੂ ਬਿਗ ਫॉर ਯੂ, ਉਹ ਤੇਰੇ ਲਈ ਜ਼ਿਆਦਾ ਹੀ ਵੱਡਾ ਹੈ। ਹਿਜ਼ ਮਦਰ ਵਿਸਪਰਡ ਇਨ ਡਿਸਪੇਅਰ, ਉਸ ਦੀ ਮਾਂ ਨਿਰਾਸ਼ਾ ਵਿੱਚ ਹੌਲੀ ਜਿਹੀ ਆਵਾਜ਼ ਵਿੱਚ ਬੋਲੀ। ਠੀਕ ਹੈ। ਯੂ ਵਿਲ ਨੈਵਰ ਗੈਟ ਦੇਅਰ, ਤੂੰ ਉੱਥੇ ਕਦੇ ਨਹੀਂ ਪਹੁੰਚ ਸਕੇਗਾ। ਸ਼ੇਰ ਸਿੰਘ ਸੈਡ ਨਥਿੰਗ, ਸ਼ੇਰ ਸਿੰਘ ਨੇ ਕੁਝ ਨਾ ਕਿਹਾ। ਹੀ ਸੈਟ ਆਫ ਇਨਟੂ ਦਾ ਜੰਗਲ ਇਨ ਦਾ ਔਰੇਂਜ ਗਲੋ ਆਫ ਈਵਨਿੰਗ, ਉਹ ਸ਼ਾਮ ਦੀ ਸੰਤਰੀ ਚਮਕ, ਔਰੇਂਜ ਕਲਰ ਦੀ ਚਮਕ ਵਿੱਚ ਜੰਗਲ ਦੇ ਵੱਲ ਨੂੰ ਤੁਰ ਪਿਆ। ਕਾਲਾ ਘਾਟ ਵਾਸ 80 ਕਿਲੋਮੀਟਰ ਅਵੇ, ਕਾਲਾ ਘਾਟ ਉਸ ਥਾਂ ਤੋਂ 80 ਕਿਲੋਮੀਟਰ ਦੂਰ ਸੀ। ਵਟ ਸ਼ੇਰ ਸਿੰਘ ਹੋਪਡ ਦੈਟ ਇਫ ਹੀ ਕੁਡ ਗੈਟ ਥਰੂ ਦਾ ਜੰਗਲ, ਪਰ ਸ਼ੇਰ ਸਿੰਘ ਨੂੰ ਉਮੀਦ ਸੀ ਕਿ ਜੇਕਰ ਉਹ ਜੰਗਲ ਵਿੱਚੋਂ ਦੀ ਨਿਕਲ ਗਿਆ ਐਂਡ ਕ੍ਰੋਸ ਦਾ ਰਿਵਰਜ਼ ਇਨ ਬਿਟਵੀਨ, ਅਤੇ ਵਿੱਚ ਦੀਆਂ ਦੋ ਨਦੀਆਂ ਨੂੰ ਪਾਰ ਕਰ ਗਿਆ, ਹੀ ਮਾਈਟ ਗੈਟ ਅ ਲਿਫਟ ਇਨ ਅ ਬੁਲੋਕ ਕਾਰਟ ਔਰ ਪਰਹੈਪਸ ਈਵਨ ਅ ਬ੍ਰੋਕਨ ਡਾਊਨ ਟਰੱਕ ਫॉर the last part of his journey, ਤਾਂ ਹੋ ਸਕਦਾ ਹੈ ਉਸ ਨੂੰ ਯਾਤਰਾ ਦੇ ਆਖਰੀ ਭਾਗ ਵਿੱਚ, ਲਾਸਟ ਪਾਰਟ ਆਫ ਦਾ ਜਰਨੀ, ਕਿਸੇ ਬੈਲ ਗੱਡੀ ਵਿੱਚ ਸਵਾਰੀ ਮਿਲ ਜਾਵੇ, ਬੁਲੋਕਾਰਟ ਬੈਲ ਗੱਡੀ, ਜਾਂ ਰਸਤੇ ਵਿੱਚ ਵਿਗੜਿਆ ਹੋਇਆ ਕੋਈ ਬ੍ਰੋਕਨ ਡਾਊਨ ਟਰੱਕ, ਵਿਗੜਿਆ ਹੋਇਆ ਟਰੱਕ ਮਿਲ ਜਾਵੇ। He was alone on the track that wound into the forest, ਉਹ ਉਸ ਰਸਤੇ ਤੇ ਇਕੱਲਾ ਸੀ ਜੋ ਘੁੰਮਦਾ ਹੋਇਆ ਜੰਗਲ ਦੇ ਅੰਦਰ ਨੂੰ ਜਾ ਰਿਹਾ ਸੀ। ਇਨਟੂ ਨਾਈਟ, ਰਾਤ ਰਾਤ ਵਰਗਾ ਹਨੇਰਾ ਹੁੰਦਾ ਜਾ ਰਿਹਾ ਸੀ। ਨਾਟ ਕੁਆਇਟ ਅਲੋਨ, ਫਿਰ ਵੀ ਉਹ ਬਿਲਕੁਲ ਇਕੱਲਾ ਨਹੀਂ ਸੀ। ਦਾਓ ਚਾਹੇ ਕਹਿੰਦਾ ਫਿਰ ਵੀ ਉਹ ਇਕੱਲਾ ਨਹੀਂ ਸੀਗਾ। ਅਰਾਊਂਡ ਹਿਮ lay the forest in which the struggle of life continued as it had done since the beginning of the world, ਉਸਦੇ ਚਾਰੇ ਪਾਸੇ ਉਹ ਜੰਗਲ ਸੀ ਜਿਸ ਵਿੱਚ ਜੀਵਨ ਦਾ ਸੰਘਰਸ਼ ਉਂਝ ਹੀ ਜਾਰੀ ਸੀ ਜਿਵੇਂ ਕਿ ਸੰਸਾਰ ਦੇ ਆਰੰਭ ਤੋਂ ਚੱਲਦਾ ਆ ਰਿਹਾ ਹੈ। ਵੀ ਸ਼ੁਰੂ ਤੋਂ ਬੰਦਾ ਮਤਲਬ ਮਿਹਨਤ ਕਰਦਾ ਆ ਰਿਹਾ, ਸੰਘਰਸ਼ ਕਰਦਾ ਆ ਰਿਹਾ। ਦ ਡੀਰ ਵਰ ਨਾਓ ਸੋ poached and decimated that the beasts of prey had to kill domestic animals for food.
हिरना दा हुण चोरी चोरी इन्ना शिकार होण लग्या सीगा, भी बहुत ज़्यादा शिकार होण लग गया सीगा कि शिकारी जानवरां नूं हुण अपने भोजन लई घरेलू जानवरां नूं मारना पै रिहा सीगा, डोमैसटिक एनीमल्स नूं मारना पै रिहा सीगा फूड वास्ते। समटाइम्स ईवन मैन, कई बार तां आदमियां नूं भी मारना पै रिहा सी। नाइट फैल, रात हो गई। द स्काई ब्लेज्ड विद द स्टार्स, आकाश तारिਆਂ ਨਾਲ ਚਮਕ ਉੱਠਿਆ। ਪ੍ਰੈਜ਼ੈਂਟਲੀ ਦ ਮੂਨ ਰੋਜ਼, ਥੋੜ੍ਹੇ ਹੀ ਸਮੇਂ ਵਿੱਚ ਚੰਦ ਨਿਕਲ ਆਇਆ। ਦ ਸਾਈਟ ਆਫ ਵੀਅਰ ਟਰੈਕਸ ਇਨ ਦ ਡਸਟ, ਧੂੜ ਵਿੱਚ, ਡਸਟ ਮਤਲਬ ਧੂੜ, ਇਨ ਦਾ ਡਸਟ ਧੂੜ ਵਿੱਚ। ਦ ਸਕੁਏਅਰ ਫਰੰਟ ਪਾ ਐਂਡ ਲੌਂਗ ਬੈਕ ਵਨ ਵਿਦ ਦ ਸ਼ੈਗੀ ਕਲਾ ਮੇਡ ਹਿਮ ਗਲਾਂਸ ਰਾਊਂਡ ਅਨਈਜ਼ਲੀ। ਧੂੜ ਵਿੱਚ ਰਿੱਛ ਦੇ ਪੈਰਾਂ ਦੇ ਨਿਸ਼ਾਨ, ਅੱਗੇ ਵਾਲੇ ਵਰਗਾਕਾਰ ਪੰਜੇ, ਪਿੱਛੇ ਵਾਲੇ ਲੰਮੇ ਲੰਬੇ ਖੁਰਦਰੇ, ਪਿੱਛੇ ਵਾਲੇ ਲੰਮੇ ਲੰਮੇ ਖੁਰਦਰੇ ਪੰਜਿਆਂ ਸਹਿਤ। ਇਹਨਾਂ ਨੂੰ ਦੇਖ ਕੇ ਬੇਚੈਨੀ ਨਾਲ ਚਾਰੇ ਪਾਸੇ ਨਜ਼ਰ ਘੁਮਾਉਣ ਲੱਗਿਆ। ਰਾਊਂਡ, ਗਲਾਂਸ ਰਾਊਂਡ ਅਨਈਜ਼ਲੀ। ਹੀ ਹੈਡ once seen a man who had been mauled by a weir, all his face torn away। ਇੱਕ ਵਾਰ ਉਸਨੇ ਇੱਕ ਆਦਮੀ ਨੂੰ ਦੇਖਿਆ ਸੀ ਜਿਸ ਨੂੰ ਰਿੱਛ ਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਉਸਦਾ ਚਿਹਰਾ ਚੀਰਿਆ ਪਿਆ ਸੀ। ਹੀ ਕੁਇਕਨਡ ਹਿਜ਼ ਸਟੈਪ, ਉਸਨੇ ਆਪਣੇ ਕਦਮ ਤੇਜ਼ ਕਰ ਲਏ। ਸੂਨ, ਸੂਨ ਔਨ ਅ ਕਲਿਫ above a river bed, ਸ਼ੇਰ ਸਿੰਘ knew he could go no further without rest। ਜਲਦੀ ਹੀ ਇੱਕ ਨਦੀ ਦੇ ਤਲ ਦੇ ਉੱਪਰ ਵੱਲ ਨੂੰ ਇੱਕ ਪਹਾੜੀ ਦੀ ਚੋਟੀ 'ਤੇ ਪਹੁੰਚਣ ਤੋਂ ਬਾਅਦ, ਇੱਕ ਪਹਾੜੀ ਦੇ ਸਿਖਰ 'ਤੇ ਪਹੁੰਚਣ ਤੋਂ ਬਾਅਦ ਸ਼ੇਰ ਸਿੰਘ ਜਾਣ ਗਿਆ, ਸ਼ੇਰ ਸਿੰਘ ਨੂੰ ਪਤਾ ਚੱਲ ਗਿਆ ਕਿ ਉਹ ਹੁਣ ਆਰਾਮ ਕੀਤੇ ਬਗੈਰ ਅੱਗੇ ਨਹੀਂ ਜਾ ਸਕਦਾ। ਹੀ ਸੈਟ ਕੁੰਵਰ ਡਾਊਨ ਜੈਂਟਲੀ, ਉਸਨੇ ਕੁੰਵਰ ਨੂੰ ਹੌਲੀ ਜਿਹੀ ਹੇਠਾਂ ਲਿਟਾ ਦਿੱਤਾ। ਸਡਨਲੀ, ਅਚਾਨਕ। all ਸ਼ੇਰ ਸਿੰਘ's muscles, ਅਚਾਨਕ ਸ਼ੇਰ ਸਿੰਘ ਦੀਆਂ ਸਾਰੀਆਂ ਮਾਸਪੇਸ਼ੀਆਂ shrinking back to their natural position, ਸੁੰਗੜ ਕੇ ਆਪਣੀ ਪਹਿਲਾਂ ਵਾਲੀ ਸੁਭਾਵਿਕ ਸਥਿਤੀ ਵਿੱਚ ਆ ਗਈਆਂ। ਠੀਕ ਹੈ ਵੀ, ਪਹਿਲਾਂ ਵਾਲੀ ਜਿਹੜੀ ਆਮ ਸਥਿਤੀ ਸੀ ਉਹਦੀਆਂ ਮਾਸਪੇਸ਼ੀਆਂ ਉਹ ਸਥਿਤੀ ਵਿੱਚ ਆ ਗਈਆਂ। ਥ੍ਰਿਲਡ ਵਿਦ piercing
ਪੇਨ ਅਤੇ ਫਿਰ ਤਿੱਖੀ ਪੀੜਾ ਕਰਦੀਆਂ ਹੋਈਆਂ ਫੜਕਣ ਲੱਗੀਆਂ। ਹੀ ਲੇ ਅਗੇਂਸਟ ਅ ਟਰੀ with his eyes shut recovering। ਉਹ ਇੱਕ ਦਰਖਤ ਦਾ ਸਹਾਰਾ ਲਗਾ ਕੇ ਆਪਣੀਆਂ ਅੱਖਾਂ ਬੰਦ ਕਰਕੇ ਪਿਆ ਰਿਹਾ ਅਤੇ ਆਪਣੀ ਸ਼ਕਤੀ ਫਿਰ ਤੋਂ ਪ੍ਰਾਪਤ ਕਰਦਾ ਹੋਇਆ।